स्क्रीन नजर आ रही बेटे? सर सबनों नजर आ रही बेटे? लो बेटे आप पहला आर्टिकल केड़ा कीता सीगा? डीफॉर्मिंग फोर्स। डीफॉर्मिंग फोर्स केड़ी सी बेटे? हाँ जी बेटे, which can change the shape of the body। ਜਦੋਂ ਕਿਸੇ ਬੋਡੀ ਦੇ ਉੱਪਰ ਫੋਰਸ ਲਗਾਇਆ ਜਾਂਦਾ ਹੈ ਤਾਂ ਬੋਡੀ ਕੀ ਕਰੇ? ਆਪਦੀ ਸ਼ੇਪ ਨੂੰ ਕੀ ਕਰ ਲੇ? ਚੇਂਜ ਕਰ ਲੇ, ਇੱਕ ਥਾਂ ਤੋਂ ਦੂਸਰੀ ਥਾਂ ਤੱਕ ਮੂਵ ਕਰਨ ਦੀ ਬਜਾਏ। such type of the force is called deforming force। ਠੀਕ ਹੈ ਜੀ। ਫਸਟ ਸੀਗਾ what is elastic body। ਇਲਾਸਟਿਕ ਬੋਡੀ, ਜਦੋਂ ਕਿਸੇ ਬੋਡੀ ਦੇ ਉੱਪਰ ਫੋਰਸ ਅਪਲਾਈ ਕਰੀਏ, ਬੋਡੀ ਆਪਣੀ ਸ਼ੇਪ ਚੇਂਜ ਕਰ ਜੇ। ਜੇਕਰ ਅਸੀਂ ਫੋਰਸ ਰਿਮੂਵ ਕਰ ਦਈਏ ਤੇ ਬੋਡੀ ਆਪਦੀ ਪਹਿਲਾਂ ਵਾਲੀ ਸ਼ੇਪ ਰੀਗੇਨ ਕਰ ਜੇ ਤਾਂ ਅਸੀਂ ਕਵਾਂਗੇ ਬੋਡੀ ਕਿਸ ਤਰ੍ਹਾਂ ਦੀ ਹੈ? ਇਲਾਸਟਿਕ ਬੋਡੀ। ਕਲੀਅਰ ਹੋਇਆ ਕਿ ਨਹੀਂ ਹੋਇਆ? ਇਫ ਬੋਡੀ regains its original shape, on removal of external या कह दो deforming force, then body is said to be elastic in nature। body is said to be elastic in nature। ਪਲਾਸਟਿਕ ਬੋਡੀ ਕਿਹੜੀ ਹੈ? ਜਿਹੜੀ ਆਪਦੀ ਪਹਿਲਾਂ ਵਾਲੀ ਸ਼ੇਪ 'ਚ ਵਾਪਿਸ ਨਾ ਆਵੇ। on removal of deforming force, if body do not regain its original shape, then it is plastic body। क्लियर होया कि नहीं होया बेटे? इलास्टिक बॉडी ते प्लास्टिक बॉडी या इलास्टिक बिहेवियर, बिहेवियर भी लिखा जा सकता है इलास्टिक बिहेवियर या प्लास्टिक बिहेवियर। क्लियर है बेटे? यस नो करते जाया करो बेटे। यस सर प्लास्टिक समझ नहीं आया। ਇਲਾਸਟਿਕ ਬੋਡੀ, ਜਦੋਂ ਬੋਡੀ ਦੇ ਉੱਪਰ ਆਪਾਂ ਫੋਰਸ ਅਪਲਾਈ ਕਰੀਏ ਤੇ ਬੋਡੀ ਆਪਦੀ ਪਹਿਲਾਂ ਵਾਲੀ ਸ਼ੇਪ ਨਾ ਆਵੇ। ਜਿਵੇਂ ਮੰਨ ਲਓ ਆਟਾ ਹੈ, ਆਟੇ ਦੇ ਉੱਪਰ ਆਪਾਂ ਫੋਰਸ ਅਪਲਾਈ ਕੀਤਾ, ਆਟਾ ਡੀਫਾਰਮ ਹੋ ਗਿਆ, ਉਸ ਤੋਂ ਬਾਅਦ ਅਸੀਂ ਫੋਰਸ ਰਿਮੂਵ ਕਰਤਾ ਤਾਂ ਆਟੇ ਨੇ ਆਪਣੇ ਆਪ ਆਪਦੀ ਸ਼ੇਪ ਨੂੰ ਗੇਨ ਨਹੀਂ ਕੀਤਾ। ਇਹਦਾ ਮਤਲਬ ਕਿਸ ਤਰ੍ਹਾਂ ਦੀ ਬੋਡੀ ਹੋ ਗਈ? ਪਲਾਸਟਿਕ बॉडी। हाँ ठीक है। ਇਲਾਸਟਿਕ ਦਾ ਮਤਲਬ ਜੇਕਰ ਅਸੀਂ ਫੋਰਸ ਰਿਮੂਵ ਕਰ ਦਈਏ ਬੋਡੀ ਆਪਦੀ ਪਹਿਲਾਂ ਵਾਲੀ ਸ਼ੇਪ ਦੇ ਵਿੱਚ ਵਾਪਿਸ ਚਲੀ ਜਾਵੇ। ਕਲੀਅਰ ਹੈ ਜੀ? ਤੇ ਪਲਾਸਟਿਕ ਦਾ ਮਤਲਬ ਬੋਡੀ ਆਪਦੀ ਪਹਿਲਾਂ ਵਾਲੀ ਸ਼ੇਪ ਦੇ ਵਿੱਚ ਵਾਪਿਸ ਨਾ ਜਾਵੇ। जी सर। ਕਲੀਅਰ ਹੈ ਬੇਟੇ? यस सर। ਠੀਕ ਹੈ। ਜਿਵੇਂ ਡੇਲੀ ਲਾਈਫ ਦੇ ਵਿੱਚ ਆਪਾਂ ਐਗਜ਼ਾਮਪਲ ਲੈਨੇ ਆ ਇਸ ਤਰ੍ਹਾਂ ਦੀਆਂ, ਬਟ ਇਹ ਤੁਸੀਂ ਦੇਖੋਗੇ ਕੰਟਰੇਰੀ ਟੂ ਦੀ ਕਨਸੈਪਟ ਆਫ ਇਲਾਸਟਿਸਿਟੀ। ਆ ਲਾਈਨ ਪੜ੍ਹੀਏ ਕੀ ਕਹਿੰਦਾ ਹੈ? ਕੰਟਰੇਰੀ, ਕੰਟਰੇਰੀ ਦਾ ਮਤਲਬ ਹੁੰਦਾ ਅਪੋਜ਼ਿਟ। ਕੰਟਰੇਰੀ ਦਾ ਮਤਲਬ ਕੀ ਹੁੰਦਾ? ਅਪੋਜ਼ਿਟ। ਕੰਟਰੇਰੀ ਟੂ ਦੀ ਕਨਸੈਪਟ ਆਫ ਇਲਾਸਟਿਸਿਟੀ, ਕਹਿੰਦਾ ਇਲਾਸਟਿਸਿਟੀ ਦੇ ਕਨਸੈਪਟ ਦੇ ਉਲਟ ਇਨ ਡੇਲੀ ਲਾਈਫ ਇਨ ਫਿਜ਼ਿਕਸ ਇਲਾਸਟਿਸਿਟੀ ਸਟੈਂਡਸ ਫॉर ਆਪੋਜੀਸ਼ਨ ਟੂ ਦੀ ਚੇਂਜ। ਇਲਾਸਟਿਸਿਟੀ ਦਾ ਮਤਲਬ ਫਿਜ਼ਿਕਸ ਦੇ ਵਿੱਚ ਆਪਾਂ ਕੀ ਲੈਨੇ ਆ? ਆਪੋਜੀਸ਼ਨ ਟੂ ਚੇਂਜ।
ਜਿਵੇਂ ਮੰਨ ਲਓ ਇੱਟ ਹੈ, ਬ੍ਰਿਕ ਹੈ ਆਪਣੇ ਕੋਲੇ, ਹਨਾ, ਬ੍ਰਿਕ ਦੇ ਉੱਪਰ ਆਪਾਂ ਫੋਰਸ ਲਾਈ ਤਾਂ ਉਹਦੀ ਸ਼ੇਪ ਚੇਂਜ ਨਹੀਂ ਹੋਈ, ਸ਼ੇਪ ਚੇਂਜ ਨਹੀਂ ਹੋਈ। ਇਹਦਾ ਮਤਲਬ ਕੀ ਹੈ ਵੀ ਆਪਦੀ ਪਹਿਲਾਂ ਵਾਲੀ ਜਦੋਂ ਤੁਸੀਂ ਫੋਰਸ ਅਪਲਾਈ ਕੀਤਾ ਤੇ ਰਿਮੂਵ ਕੀਤਾ ਤਾਂ ਆਪਦੀ ਓਰੀਜਨਲ ਸ਼ੇਪ ਦੇ ਵਿੱਚ ਹੀ ਸੀ ਨਾ ਉਹ, ਇਸ ਲਈ ਆਪਾਂ ਉਹਨੂੰ ਕੀ ਕਵਾਂਗੇ, ਕਿਸ ਤਰ੍ਹਾਂ ਦਾ ਬਿਹੇਵੀਅਰ ਸ਼ੋ ਕੀਤਾ ਉਹਨੇ, ਇਲਾਸਟਿਕ। ਕਲੀਅਰ ਹੋਇਆ ਕਿ ਨਹੀਂ ਹੋਇਆ? Yes, sir. Yes, sir. ਜਿੰਨੀ ਬੋਡੀ ਰਿਜਿਡ ਜ਼ਿਆਦਾ ਹੋਊਗੀ, ਰਿਜਿਡ ਦਾ ਮਤਲਬ ਸਖਤ, ਮੋਰ ਇਲਾਸਟਿਕ ਇਟ ਇਜ਼। ਠੀਕ ਹੈ ਜੀ। ਇਸੇ ਕਾਰਨ ਕਰਕੇ ਆਪਾਂ ਨੂੰ 2 ਨੰਬਰ ਦੇ ਵਿੱਚ ਆ ਕੁਐਸਚਨ ਆਉਂਦਾ ਹੁੰਦਾ ਹੈ, ਵੈਰੀ ਇੰਪੋਰਟੈਂਟ। ਸਟੀਲ ਇਜ਼ ਮੋਰ ਇਲਾਸਟਿਕ ਦੈਨ ਰਬੜ। ਕੁਐਸਚਨ ਕੀ ਆਉਂਦਾ ਹੈ, ਵਾਈ ਸਟੀਲ ਇਜ਼ ਮੋਰ ਇਲਾਸਟਿਕ ਦੈਨ ਰਬੜ। ਕੁਐਸਚਨ ਸਮਝ ਲੱਗਿਆ ਕਿ ਨਹੀਂ? Yes, sir. ਉਹ ਕਹਿੰਦੇ ਸਟੀਲ ਜ਼ਿਆਦਾ ਇਲਾਸਟਿਕ ਹੈ ਰਬੜ ਨਾਲੋਂ, ਕਿਉਂ? ਕਿਉਂਕਿ ਇਲਾਸਟਿਕ ਦਾ ਫਿਜ਼ਿਕਸ ਦੇ ਵਿੱਚ ਮਤਲਬ ਕਿ ਅਪੋਜੀਸ਼ਨ ਆਫਰ ਟੂ ਦੀ ਚੇਂਜ। ਸਟੀਲ ਕੀ ਕਰਦੀ ਹੈ, ਆਫਰਸ ਮੋਰ ਅਪੋਜੀਸ਼ਨ, ਠੀਕ ਹੈ, ਟੂ ਚੇਂਜ of shape as compared to rubber, as compared to rubber. So steel is more elastic than rubber. आंसर पता लग गया कि नहीं लग गया बेटे? ठीक है बेटे? Yes, sir. It may be pointed out that elastic and plastic natures of material of different body are idealized concepts. No body is perfectly elastic or perfectly plastic. ਇਹਦਾ ਮਤਲਬ ਪਤਾ ਲੱਗ ਗਿਆ ਕਿ ਨਹੀਂ ਲੱਗ ਗਿਆ? ਮਤਲਬ ਇਹ ਆਈਡੀਅਲ ਕਨਸੈਪਟ ਹੈ, ਇਲਾਸਟਿਕ ਤੇ ਪਲਾਸਟਿਕ। ਕੋਈ ਵੀ ਬੋਡੀ 100% ਇਲਾਸਟਿਕ ਨਹੀਂ ਹੁੰਦੀ ਤੇ ਕੋਈ ਵੀ ਬੋਡੀ ਕੀ ਹੈ 100% ਪਲਾਸਟਿਕ ਬਿਹੇਵੀਅਰ ਨਹੀਂ ਸ਼ੋ ਕਰਦੀ। ਇਨ ਬੋਡੀਜ਼ ਵੈਨ ਇਲਾਸਟਿਕ ਬਿਹੇਵੀਅਰ ਇਨਕਰੀਜ਼ਿਸ, ਜਦੋਂ ਇਲਾਸਟਿਕ ਬਿਹੇਵੀਅਰ ਵੱਧ ਜਾਂਦਾ ਤਾਂ ਪਲਾਸਟਿਕ ਘਟ ਜਾਂਦਾ, ਔਰ ਵਾਈਸ ਵਰਸਾ। Hooke's law, extension in the wire is directly proportional to the load applied, is basic law of elasticity and it holds only when body is deformed within the elastic limit. Beyond the limit the plastic behavior dominates. ਇਹ ਗਾਂ ਜਾ ਕੇ ਕਰਦੇ ਹਾਂ ਆਪਾਂ, ਆਹ ਤੁਹਾਨੂੰ ਕਲੀਅਰ ਹੋ ਜਾਊਗਾ। ਠੀਕ ਹੈ, ਲੋ ਪਹਿਲਾਂ ਆਪਾਂ ਹੁਣ ਡਿਸਕਸ ਕਰਦੇ ਹਾਂ Hooke's law। ਦੋ ਤਰ੍ਹਾਂ ਦੇ ਲਾ ਆਉਂਦੇ, ਪਹਿਲਾਂ Hooke's law ਹੈ, ਫਿਰ ਉਸ ਤੋਂ ਬਾਅਦ ਕਹਿੰਦੇ ਮੋਡੀਫਾਈਡ ਫਾਰਮ ਆਫ ਦੀ Hooke's law, ਮੋਡੀਫਾਈਡ ਫਾਰਮਸ ਆਫ ਦੀ Hooke's law। Hooke's law ਦੇਖੋ ਕੀ ਕਹਿੰਦਾ, ਇਹਦੀ ਐਗਜ਼ਾਮਪਲ ਲਈ ਆਪਾਂ ਸਮਝਦੇ ਹਾਂ, ਇੱਕ ਵਾਇਰ ਲਈਏ, ਮੰਨ ਲਓ ਇੱਕ ਵਾਇਰ ਹੈ, ਵਾਇਰ ਦੇ ਨਾਲ ਆਪਾਂ ਕੀ ਕੀਤਾ, ਕੋਈ ਲੋਡ ਹੈ, ਭਾਰ ਹੈ, ਜਿਹਨੂੰ ਆਪਾਂ ਕਹਿੰਦੇ ਲੋਡ, ਆਪਾਂ ਅਪਲਾਈ ਕਰਤਾ, mg ਕੀ ਵੇਟ, ਤਾਂ ਥੋੜੇ ਸਮੇਂ ਬਾਅਦ ਕੀ ਹੋਇਆ, ਇਹਦੀ ਲੈਂਥ ਦੇ ਵਿੱਚ ਕੀ ਹੋ ਗਿਆ, ਵਾਇਰ ਦੀ ਲੈਂਥ ਕੀ ਹੋ ਗਈ, ਚੇਂਜ ਹੋ ਗਈ। ਮੰਨ ਲਓ ਆਹ ਲੈਂਥ ਆਪਣੇ ਕੋਲੇ L ਸੀ, ਜਿਹੜੀ ਚੇਂਜ ਹੋਈ ਮੰਨ ਲਓ ਡੈਲਟਾ L ਹੋ ਗਈ। ਡੈਲਟਾ L ਆਪਣੇ ਕੋਲ ਕੀ ਚੇਂਜ, ਠੀਕ ਹੈ ਜੀ। ਇਹਦਾ ਮਤਲਬ ਜਿਹੜਾ ਲੋਡ ਅਸੀਂ ਅਪਲਾਈ ਕੀਤਾ ਉਹ ਕਿੰਦੇ ਪ੍ਰਪੋਰਸ਼ਨਲ ਐਕਸਟੈਂਸ਼ਨ ਦੇ, ਲੋਡ ਕਿੰਦੇ ਪ੍ਰਪੋਰਸ਼ਨਲ ਹੈ, ਐਕਸਟੈਂਸ਼ਨ। ਆ ਚੇਂਜ ਜਿਹੜੀ ਆਪਾਂ ਲਿਖੀ ਇਹਨੂੰ ਆਪਾਂ ਕੀ ਕਹਾਂਗੇ, ਐਕਸਟੈਂਸ਼ਨ। ਸਮਝ ਲੱਗੀ ਕਿ ਨਹੀਂ ਲੱਗੀ ਬੇਟੇ? ਕਹਿਣ ਦਾ ਮਤਲਬ ਇਹ Hooke's law ਕੀ ਕਹਿੰਦਾ ਵੀ ਜਿੰਨਾ ਭਾਰ ਜ਼ਿਆਦਾ ਲਮਕਾਈ ਜਾਵਾਂਗੇ ਉਨੀ ਐਕਸਟੈਂਸ਼ਨ ਜ਼ਿਆਦਾ ਹੋਊਗੀ, ਬਟ ਵਿਦ ਇਨ ਦੀ ਇਲਾਸਟਿਕ ਬਿਹੇਵੀਅਰ, ਵਿਦ ਇਨ ਦੀ ਇਲਾਸਟਿਕ ਲਿਮਿਟ। ਜਿਵੇਂ ਆਪਾਂ ਇੰਨਾ ਭਾਰ ਨਾਲ ਲਟਕਾ ਦਈਏ ਕਿ ਵਾਇਰ ਟੁੱਟ ਹੀ ਜਾਵੇ, ਵਾਇਰ ਦੇ ਟੁੱਟਣ ਤੋਂ
ਜਾਂ ਉਹਦੇ ਪਰਮਾਨੈਂਟ ਸ਼ੇਪ ਚੇਂਜ ਕਰਨ ਤੋਂ ਪਹਿਲਾਂ ਦੀ ਗੱਲ ਹੈ ਤਾਂ ਹੂਕਸ ਲਾ ਕੀ ਕਹਿੰਦਾ ਹੈ, ਲੋਡ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ ਐਕਸਟੈਂਸ਼ਨ। ਠੀਕ ਹੈ ਜੀ। Hooke's law can be easily verified by subtending a long metallic wire of uniform area of cross section from a rigid support and then noting the extension increase in length on loading. The extension can be measured accurately with the vernier arrangement. As load is increased in steps, it is found that extension is always proportional to the load. In 1807, English physicist Thomas Young pointed out that load and the extension are more scientifically described in terms of stress and strain. So modified form of the Hooke's law ਕੀ ਆ ਗਈ ਆਪਣੇ ਕੋਲੇ? ਕਲੀਅਰ ਹੋਇਆ ਕਿ ਨਹੀਂ ਹੈ ਬੇਟੇ ਇਹਦਾ ਮਤਲਬ? ਜਿਹੜਾ ਯੰਗ ਸਾਇੰਟਿਸਟ ਸੀਗਾ ਉਹ ਕਹਿੰਦਾ ਵੀ ਲੋਡ ਤੇ ਐਕਸਟੈਂਸ਼ਨ ਦੀ ਫਾਰਮ 'ਚ ਰਿਪਰੈਜ਼ੈਂਟ ਕਰਨ ਨਾਲੋਂ ਜ਼ਿਆਦਾ ਸਹੀ ਤਰੀਕਾ ਕੀ ਹੈ ਵੀ ਕਿਵੇਂ ਰਿਪਰੈਜ਼ੈਂਟ ਕਰੋ, ਸਟ੍ਰੈਸ ਤੇ ਸਟ੍ਰੇਨ ਦੀ ਫਾਰਮ 'ਚ। ਸਟ੍ਰੈਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਸਟ੍ਰੇਨ। ਸਟ੍ਰੈਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਸਟ੍ਰੇਨ। ਆਪੇ ਆਪਣੇ ਕੋਲ ਜੋ ਡਾਇਰੈਕਟਲੀ ਪ੍ਰੋਪੋਰਸ਼ਨਲ ਦਾ ਸਾਈਨ ਹਟਾਵਾਂਗੇ ਤਾਂ ਕੀ ਲਾਉਣੇ ਹੁੰਦੇ ਆ? ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ। ਇਹਦਾ ਮਤਲਬ ਜਿਹੜਾ ਕਾਂਸਟੈਂਟ ਆ ਉਹ ਕਿਸ ਚੀਜ਼ ਦੇ ਬਰਾਬਰ ਹੋ ਗਿਆ? ਜੇ ਇਹਨੂੰ ਇੱਧਰ ਚੱਕ ਕੇ ਲੈ ਜਾਈਏ, ਇਹਦੇ ਬਰਾਬਰ ਹੋ ਗਿਆ ਸਟ੍ਰੈਸ ਬਾਏ ਸਟ੍ਰੇਨ। ਕਿਹਦੇ ਬਰਾਬਰ ਹੋ ਗਿਆ ਬੇਟੇ? ਸਟ੍ਰੈਸ ਬਾਏ ਸਟ੍ਰੇਨ। ਹੁਣ ਡਿਪੈਂਡਿੰਗ ਅਪਨ ਦੀ ਡਿਫਰੈਂਟ ਟਾਈਪ ਆਫ ਸਟ੍ਰੈਸ ਐਂਡ ਸਟ੍ਰੇਨ, ਡਿਪੈਂਡਿੰਗ ਅਪਨ ਦੀ ਡਿਫਰੈਂਟ ਟਾਈਪ ਆਫ ਸਟ੍ਰੈਸ ਐਂਡ ਸਟ੍ਰੇਨ, ਜਿਹੜਾ ਕਾਂਸਟੈਂਟ ਹੈ ਇਹਦੀਆਂ ਅਲੱਗ-ਅਲੱਗ ਟਾਈਪਸ ਹੋ ਸਕਦੀਆਂ। ਜਿਹੜੀ ਪਹਿਲੀ ਹੈ ਉਹਨੂੰ ਅਸੀਂ ਕਹਿੰਦੇ ਯੰਗਸ ਮੋਡੂਲਸ, ਦੂਸਰੀ ਨੂੰ ਕਹਿੰਦੇ ਬਲਕ ਮੋਡੂਲਸ, ਤੀਸਰੀ ਨੂੰ ਕਹਿੰਦੇ ਮੋਡੂਲਸ ਆਫ ਰਿਜਿਡਿਟੀ। ਠੀਕ ਹੈ ਜੀ। ਜਿਹੜਾ ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਹੈ ਇਹਨੂੰ ਆਪਾਂ ਕਹਿ ਦਿੰਦੇ ਹਾਂ ਮੋਡੂਲਸ ਆਫ ਇਲਾਸਟਿਸਿਟੀ ਜਾਂ ਕੋਫੀਸ਼ੀਐਂਟ ਆਫ ਇਲਾਸਟਿਸਿਟੀ। ਇਸ ਕਾਂਸਟੈਂਟ ਨੂੰ ਕੋਫੀਸ਼ੀਐਂਟ ਆਫ ਇਲਾਸਟਿਸਿਟੀ। coefficient of elasticity। स्क्रीन नजर आ रही है बेटे? Yes, ठीक है बेटे। हुक्स लॉ क्लियर हो गया कि नहीं हो गया? स्ट्रेस इज डायरेक्टली प्रोपोर्शनल टू स्ट्रेन। स्ट्रेन में नहीं होता चेंज इन लेंथ टू दी ओरिजिनल लेंथ। रेशो है लेंथ ते चेंज इन लेंथ ते ओरिजिनल लेंथ दी। चेंज इन लेंथ टू ओरिजिनल लेंथ, या इन जनरल ਅਸੀਂ ਕਹਿ ਸਕਦੇ ਹਾਂ ਚੇਂਜ ਇਨ ਡਾਇਮੈਂਸ਼ਨ ਟੂ ਦੀ ओरिजिनल डायमेंशन। ਜਿਹੜਾ ਸਟ੍ਰੈਸ ਹੈ ਇਹ ਹੈਗਾ ਫੋਰਸ ਪਰ ਯੂਨਿਟ ਏਰੀਆ। ਠੀਕ ਹੈ, ਅੱਗੋਂ ਅਸੀਂ ਪੜ੍ਹਦੇ ਹਾਂ ਇਹਦੇ ਬਾਰੇ। ਸਟ੍ਰੈਸ ਦੇਖੋ ਕੀ ਹੁੰਦਾ। stress, it is defined as the restoring force per unit area set up in the body when deforming force is applied when deformed by external force। ठीक है, ਜਦੋਂ ਡੀਫਾਰਮਿੰਗ ਫੋਰਸ ਕਿਸੇ ਬਾਡੀ ਦੇ ਉੱਪਰ ਅਪਲਾਈ ਕੀਤੀ ਜਾਂਦੀ ਹੈ ਤਾਂ ਬਾਡੀ ਕੀ ਕਰਦੀ ਹੈ? ਆਪਦੀ ਪਹਿਲਾਂ ਵਾਲੀ ਸ਼ੇਪ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਰੀਸਟੋਰਿੰਗ ਫੋਰਸ। ਇਹਦੀ ਐਗਜ਼ਾਮਪਲ ਨੂੰ ਸਮਝਣ ਦੇ ਲਈ let us take a spring। ਇਹ ਕੋਈ ਰਿਜਿਡ ਸਪੋਰਟ ਹੈ ਆਪਣੇ ਕੋਲੇ,
ठीक है जी। ਆਪਾਂ ਕੀ ਕੀਤਾ, ਇੱਕ ਸਪਰਿੰਗ ਲਿਆ, ਉਸ ਸਪਰਿੰਗ ਦੇ ਨਾਲ ਬਾਡੀ ਨੂੰ ਕੀ ਕੀਤਾ, ਇੱਕ ਰਿਜਿਡ ਬਾਡੀ ਨੂੰ ਅਟੈਚ ਕੀਤਾ। ਰਿਜਿਡ ਬਾਡੀ ਦਾ ਮਤਲਬ ਠੋਸ ਵਸਤੂ, ਰਿਜਿਡ ਬਾਡੀ ਦਾ ਮਤਲਬ ਕੀ ਹੁੰਦਾ ਹੈ, ਠੋਸ ਵਸਤੂ। ਹੁਣ ਆਪਣੇ ਕੋਲੇ ਕੀ ਹੈ, ਜਦੋਂ ਅਸੀਂ ਇਹਦੇ ਉੱਪਰ ਫੋਰਸ ਅਪਲਾਈ ਕਰਦੇ ਹਾਂ ਇਸ ਡਾਇਰੈਕਸ਼ਨ ਦੇ ਵਿੱਚ, ਤਾਂ ਕੀ ਹੁੰਦਾ ਹੈ, ਸਪਰਿੰਗ ਕੀ ਕਰਦਾ ਹੈ, ਆਪਾਂ ਨੂੰ ਇੱਕ ਬੈਕਵਰਡ ਡਾਇਰੈਕਸ਼ਨ ਦੇ ਵਿੱਚ ਵੀ ਫੋਰਸ ਅਪਲਾਈ ਕਰਦਾ। ਕਲੀਅਰ ਹੋਇਆ ਕਿ ਨਹੀਂ ਹੋਇਆ? Yes, sir. ਉਹ ਵਾਲੀ ਫੋਰਸ ਜਿਹੜੀ ਇਹਨੂੰ ਆਪਦੀ ਪਹਿਲਾਂ ਵਾਲੀ ਸ਼ੇਪ ਦੇ ਉੱਪਰ ਵਾਪਿਸ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ, ਉਹਨੂੰ ਅਸੀਂ ਕੀ ਕਹਿ ਰਹੇ ਹਾਂ, ਰੀਸਟੋਰਿੰਗ ਫੋਰਸ। ਜਿਹੜੀ ਉਹਦੀ ਓਰੀਜਨਲ ਪੋਜੀਸ਼ਨ ਨੂੰ ਰੀਸਟੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ? Yes, sir. ਜਿੰਨੀ ਰੀਸਟੋਰਿੰਗ ਫੋਰਸ ਲੱਗ ਰਹੀ ਹੈ ਪਰ ਯੂਨਿਟ ਏਰੀਆ, ਜਾਂ ਅਸੀਂ ਜਨਰਲ ਗੱਲ ਕਰਦੇ ਹਾਂ ਫੋਰਸ ਪਰ ਯੂਨਿਟ ਏਰੀਆ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਸਟ੍ਰੈਸ। ਰੀਸਟੋਰਿੰਗ ਫੋਰਸ ਪਰ ਯੂਨਿਟ ਏਰੀਆ is called stress। ਠੀਕ ਹੈ, depending upon the different type of the applied forces, ਕਿੰਨੇ ਤਰੀਕੇ ਨਾਲ ਜਿਹੜੀ ਫੋਰਸ ਹੈ ਉਹ ਅਪਲਾਈ ਕੀਤੀ ਜਾ ਸਕਦੀ ਹੈ ਕਿਸੇ ਬੋਡੀ ਦੇ ਉੱਪਰ। stress is of two types। stress is of two types। stress ਦੋ ਤਰ੍ਹਾਂ ਦਾ ਹੈ, depending upon the type of the force which is acting। ਠੀਕ ਹੈ ਜੀ, ਜਿਵੇਂ ਮੰਨ ਲਓ ਆਪਾਂ ਇੱਕ ਕਿਊਬ ਲਿਆ, ਨਜ਼ਰ ਆ ਰਿਹਾ ਬੇਟੇ? ਹੁਣ ਇਸ ਕਿਊਬ ਦੇ ਉੱਪਰ ਜਿਹੜੀ ਫੋਰਸ ਹੈ ਉਹ ਇਸ ਤਰੀਕੇ ਦੇ ਨਾਲ ਵੀ ਲਗਾਈ ਜਾ ਸਕਦੀ ਹੈ, ਤੇ ਫੋਰਸ ਹੈ ਜਿਹੜੀ ਉਹ ਇਸ ਤਰੀਕੇ ਦੇ ਨਾਲ ਵੀ ਲਗਾਈ ਜਾ ਸਕਦੀ ਹੈ। ਗੱਲ ਨੂੰ ਸਮਝੋ। ਇਹਦੇ ਆਪਾਂ ਡਾਊਨਵਰਡ ਡਾਇਰੈਕਸ਼ਨ 'ਚ ਵੀ ਇਹਨੂੰ ਪੁਸ਼ ਕਰ ਸਕਦੇ ਹਾਂ ਜਾਂ ਅਪਵਰਡ 'ਚ ਵੀ ਕਰ ਸਕਦੇ ਹਾਂ। ਇੱਥੇ ਜਿਹੜੀ ਫੋਰਸ ਲੱਗ ਰਹੀ ਹੈ, ਜਿਹੜੀ ਆ ਫੋਰਸ F of N ਹੈ, ਇਹ ਕਿਸ ਤਰ੍ਹਾਂ ਦੀ ਫੋਰਸ ਹੈ, ਕਿਵੇਂ ਐਕਟ ਕਰ ਰਹੀ ਹੈ, ਨਾਰਮਲ ਟੂ ਦੀ ਸਰਫੇਸ। ਕਿਸ ਤਰ੍ਹਾਂ ਦੀ ਫੋਰਸ ਹੈ, ਨਾਰਮਲ ਟੂ ਦੀ ਸਰਫੇਸ। ਇਹਦਾ ਮਤਲਬ ਇਹ ਫੋਰਸ ਕਿਵੇਂ ਐਕਟ ਕਰ ਰਹੀ ਹੈ, 90 ਡਿਗਰੀ ਦੇ ਉੱਪਰ, ਕਹਿੰਦੇ ਇੱਕ ਸਰਫੇਸ ਦੇ ਉੱਪਰ। ਜਦੋਂ ਫੋਰਸ ਕਿਸੇ ਵੀ ਸਰਫੇਸ ਦੇ ਉੱਪਰ 90 ਡਿਗਰੀ ਦੇ ਉੱਪਰ ਐਕਟ ਕਰਦੀ ਹੈ ਤਾਂ ਉਹਨੂੰ ਇੱਕ ਸ਼ਬਦ ਦੇ ਵਿੱਚ ਅਸੀਂ ਕੀ ਕਹਿੰਦੇ ਹਾਂ, ਨਾਰਮਲ। ਉਹਨੂੰ ਅਸੀਂ ਕੀ ਕਹਿੰਦੇ ਬੇਟੇ, ਨਾਰਮਲ। ਇਹ ਫੋਰਸ ਕਿਸ ਤਰ੍ਹਾਂ ਨਾਲ ਐਕਟ ਕਰ ਰਹੀ ਹੈ, ਟੈਂਜੈਂਸ਼ੀਅਲ, ਲੌਂਗੀਟਿਊਡਨਲ। ਠੀਕ ਹੈ ਜੀ, ਪੈਰਲਲ ਟੂ ਦੀ ਸਰਫੇਸ। ਇਹ ਵਾਲੇ ਸਰਫੇਸ ਦੇ ਜਿੱਥੇ ਆਪਾਂ ਕ੍ਰਾਸ ਕੀਤਾ ਹੋਇਆ ਇਹਦੇ ਪੈਰਲਲ ਐਕਟ ਕਰ ਰਹੀ ਹੈ ਆਹ ਵਾਲੀ ਫੋਰਸ F of P। ਜਦੋਂ ਫੋਰਸ ਕਿਵੇਂ ਐਕਟ ਕਰਦੀ ਹੈ, ਪੈਰਲਲ ਟੂ ਦੀ ਸਰਫੇਸ। ਕਹਿਣ ਦਾ ਮਤਲਬ ਇਹ ਫੋਰਸ ਇਹਦੀ ਸ਼ੇਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਿਵੇਂ ਲੱਕੜ ਦੇ ਡੱਬੇ ਦੇ ਉੱਪਰ ਆਪਾਂ ਉੱਪਰੋਂ ਪੈਰ ਰੱਖ ਕੇ ਉਹਨੂੰ ਨੱਪ ਦਈਏ ਤਾਂ ਲੱਕੜ ਦਾ ਡੱਬਾ ਕੀ ਹੋਊਗਾ, ਇਸ ਤਰ੍ਹਾਂ ਨਾਲ ਆਪਣੇ ਕੋਲ ਕੀ ਹੋ ਜਾਏਗਾ, ਬੈਂਡ ਹੋ ਜਾਏਗਾ। ਇਸ ਤਰ੍ਹਾਂ ਨਾਲ ਕੀ ਹੋ ਜਾਏਗਾ, ਬੈਂਡ ਹੋ ਜਾਏਗਾ ਬੇਟੇ। Yes, sir. ਆਹ ਵਾਲੀ ਫੋਰਸ ਹੈ ਜਿਹੜੀ ਇਹਨੇ ਕੀ ਕੀਤਾ, ਪੈਰਲਲ ਟੂ ਦੀ ਸਰਫੇਸ ਲੱਗ ਕੇ ਸ਼ੇਪ ਚੇਂਜ ਕਰਨ ਦੀ ਕੋਸ਼ਿਸ਼ ਕੀਤੀ। ਇਹ ਵਾਲੀ ਫੋਰਸ ਨੇ ਕੀ ਕੀਤਾ, ਨਾਰਮਲ 90 ਡਿਗਰੀ ਤੇ ਲੱਗ ਕੇ ਉਹਦੀ ਸ਼ੇਪ ਚੇਂਜ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਨਾਰਮਲ ਲੱਗਦੀ ਹੈ ਫੋਰਸ ਉਹਨੂੰ ਕਹਿੰਦੇ ਆ ਨਾਰਮਲ ਸਟ੍ਰੈਸ। ਜਦੋਂ ਪੈਰਲਲ ਲੱਗਦੀ ਹੈ ਤਾਂ ਉਹਨੂੰ ਕਹਿੰਦੇ ਆ ਟੈਂਜੈਂਸ਼ੀਅਲ। ਕੀ ਕਹਿੰਦੇ ਉਹਨੂੰ, ਟੈਂਜੈਂਸ਼ੀਅਲ। ਕਲੀਅਰ ਹੋਇਆ ਕਿ ਨਹੀਂ ਹੋਇਆ? ਸਟ੍ਰੈਸ ਕੀ ਹੈ, ਰੀਸਟੋਰਿੰਗ ਫੋਰਸ ਪਰ ਯੂਨਿਟ ਏਰੀਆ। ਰੀਸਟੋਰਿੰਗ ਫੋਰਸ ਜਿਹੜੀ ਕਿਸੇ ਬੋਡੀ ਦੇ ਉੱਪਰ ਲੱਗ ਰਹੀ ਹੈ ਜਾਂ ਐਕਸਟਰਨਲ ਫੋਰਸ ਅਪਲਾਈਡ ਔਨ ਏ ਬੋਡੀ ਪਰ ਯੂਨਿਟ ਏਰੀਆ, ਇਟ ਇਜ਼ ਆਫ ਟੂ ਟਾਈਪਸ। ਸਟ੍ਰੈਸ ਕਿੰਨੀ ਤਰ੍ਹਾਂ ਦੀ ਹੈ, ਦੋ ਤਰ੍ਹਾਂ ਦੀ ਹੈ। ਕਿਹੜੀ ਕਿਹੜੀ? ਇੱਕ ਨਾਰਮਲ ਸਟ੍ਰੈਸ ਹੈ,
ਤੇ ਦੂਸਰੀ ਆਪਣੇ ਕੋਲ ਕੀ ਹੈ ਟੈਂਜੈਂਸ਼ੀਅਲ। ਨਾਰਮਲ ਸਟ੍ਰੈਸ ਕੀ ਹੈ ਵੀ ਫੋਰਸ ਕਿਸ ਤਰ੍ਹਾਂ ਨਾਲ ਐਕਟ ਕਰਦੀ ਹੈ ਨਾਰਮਲ ਟੂ ਦੀ ਸਰਫੇਸ। ਫੋਰਸ ਕਿਵੇਂ ਐਕਟ ਕਰਦੀ ਹੈ ਨਾਰਮਲ ਟੂ ਦੀ ਸਰਫੇਸ। ਫੋਰ ਐਗਜ਼ਾਮਪਲ ਵੈਨ ਵਾਇਰ ਇਜ਼ ਪੁਲਡ, ਜਿਵੇਂ ਆਪਾਂ ਐਗਜ਼ਾਮਪਲ ਲਈ ਸੀ ਵਾਇਰ, ਮੰਨ ਲਓ ਇਹਨੂੰ ਮੈਗਨੀਫਾਈਡ ਵਿਊ ਬਣਾਈਏ ਵੀ ਆ ਵਾਇਰ ਹੈ, ਤਾਂ ਫੋਰਸ ਕਿਸ ਤਰ੍ਹਾਂ ਨਾਲ ਐਕਟ ਕਰ ਰਹੀ ਸੀ, ਇਸ ਤਰ੍ਹਾਂ ਨਾਲ ਐਕਟ ਕਰ ਰਹੀ ਸੀ ਨਾ ਡਾਊਨਵਰਡ ਡਾਇਰੈਕਸ਼ਨ ਚ। ਆਹ ਹੁੰਦਾ ਏਰੀਆ ਆਫ ਕ੍ਰਾਸ ਸੈਕਸ਼ਨ ਹੋ ਗਿਆ ਵਾਇਰ ਦਾ। ਤੇ ਇਹ ਸਰਫੇਸ ਤੇ ਕਿਵੇਂ ਐਕਟ ਕਰ ਰਹੀ ਹੈ, ਉਹ 90 ਡਿਗਰੀ ਤੇ ਐਕਟ ਕਰ ਰਹੀ ਹੈ, ਇਸ ਲਈ ਇਹ ਕਿਹੜੀ ਫੋਰਸ ਹੈ ਨਾਰਮਲ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ। ਨਾਰਮਲ Yes, ਸਟ੍ਰੈਸ, sir. ਜਦੋਂ ਸਟ੍ਰੈਸ ਕਿਵੇਂ ਐਕਟ ਕਰਦੀ ਹੈ 90 ਡਿਗਰੀ ਟੂ ਦੀ ਸਰਫੇਸ। ਟੈਂਜੈਂਸ਼ੀਅਲ ਕੀ ਹੁੰਦੀ ਹੈ ਜਦੋਂ ਕਿਸ ਤਰ੍ਹਾਂ ਨਾਲ ਐਕਟ ਕਰਦੀ ਹੈ ਪੈਰਲਲ ਟੂ ਦੀ ਸਰਫੇਸ। deforming force acting per unit area tangential to the surface। tangential ਦਾ ਮਤਲਬ ਪੈਰਲਰ, ਟੈਂਜੈਂਸ਼ੀਅਲ ਦਾ ਮਤਲਬ ਕੀ ਹੈ ਜਿਵੇਂ ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝਾਇਆ ਸੀਗਾ ਪੈਰਲਲ। ਫॉर एग्जांपल body being sheared when force is applied parallel to the surface is under the tangential stress। ਟੇਂਜੈਂਟ ਅਸੀਂ ਕਿਵੇਂ ਡਰਾ ਕਰਦੇ ਹਾਂ ਕਿਸੇ ਵੀ ਚੀਜ਼ ਦੇ ਉੱਪਰ। ਜਨਰਲੀ ਨਾ ਆਪਾਂ ਟੇਂਜੈਂਟ ਆਪਾਂ ਸੁਣਿਆ ਸਰਕਲ ਜਾਂ ਸਫੀਅਰ, ਇਹਦੇ ਬਾਰੇ ਆਪਾਂ ਸੁਣ ਰੱਖਿਆ ਨਾ। ਟੇਂਜੈਂਟ ਕਿਵੇਂ ਡਰਾ ਕਰਦੇ ਹਾਂ ਕਿਸੇ ਵੀ ਪੁਆਇੰਟ ਦੇ ਉੱਪਰ ਇੱਕ ਲਾਈਨ ਟੱਚ ਕਰਦੀ ਹੋਈ ਇਸ ਤਰ੍ਹਾਂ ਨਾਲ ਜਦੋਂ ਪਾਸ ਕਰਦੀ ਹੈ, ਤਾਂ ਉਸ ਲਾਈਨ ਨੂੰ ਅਸੀਂ ਕੀ ਕਹਿ ਦਿੰਦੇ ਹਾਂ ਵੀ ਕੀ ਹੈ ਇਹ ਟੇਂਜੈਂਟ ਹੈ, ਐਂ ਕਹਿੰਦੇ ਆ ਨਾ। ਤਾਂ ਇਹਦੇ ਕਿਸ ਤਰ੍ਹਾਂ ਨਾਲ ਐਕਟ ਕਰ ਰਹੀ ਹੈ ਪੈਰਲਰ ਹੀ ਐਕਟ ਕਰ ਰਹੀ ਹੈ। ਜਦੋਂ ਇਸੇ ਚੀਜ਼ ਨੂੰ ਅਸੀਂ ਕਿਸੇ ਹੋਰ ਸ਼ੇਪ ਦੇ ਵਿੱਚ, ਜਿਵੇਂ ਮੰਨ ਲਓ ਰੈਕਟੈਂਗੂਲਰ ਬਾਡੀ ਹੈ, ਉਹਦੇ ਵਿੱਚ ਜਦੋਂ ਅਸੀਂ ਸ਼ੋਅ ਕਰਦੇ ਹਾਂ ਤਾਂ ਉਸ ਸਮੇਂ ਫੋਰਸ ਅਸੀਂ ਕਿਸ ਤਰ੍ਹਾਂ ਨਾਲ ਅਪਲਾਈ ਕਰ ਰਹੇ ਹੁੰਦੇ ਹਾਂ। ਦੇਖੋ ਇੱਧਰ ਕਿਸੇ ਵੀ ਸਰਫੇਸ ਦੇ ਪੈਰਲਰ ਅਪਲਾਈ ਕਰ ਦਈਏ, ਮੰਨ ਲਓ ਜਿਵੇਂ ਮੈਂ ਆਹ ਫੋਰਸ ਅਪਲਾਈ ਕਰਦੇ ਆ, ਇਸ ਤਰ੍ਹਾਂ ਨਾਲ ਫੋਰਸ ਅਪਲਾਈ ਕਰਦੇ ਆ, ਇਹ ਕਿਹੜੇ ਸਰਫੇਸ ਦੇ ਪੈਰਲਰ ਹੋਗੀ, ਇਸ ਸਰਫੇਸ ਦੇ ਉੱਪਰ ਮੈਂ ਫੋਰਸ ਅਪਲਾਈ ਕੀਤੀ ਹੈ ਏ ਬੀ ਸੀ ਡੀ। ਏ ਬੀ ਸੀ ਡੀ ਦੇ ਇਹ ਫੋਰਸ ਕਿਸ ਤਰ੍ਹਾਂ ਨਾਲ ਐਕਟ ਕਰ ਰਹੀ ਹੈ ਟੈਂਜੈਂਟ ਟੂ ਦੀ ਸਰਫੇਸ ਹੈ ਨਾ, ਸਭ ਨਾਲ ਪੈਰਲਰ ਜਾ ਰਹੀ ਹੈ ਨਾ, ਤਾਂ ਇਹਨੂੰ ਆਪਾਂ ਕੀ ਕਹਿੰਦੇ ਆ ਫਿਰ ਟੈਂਜੈਂਸ਼ੀਅਲ ਸਟ੍ਰੈਸ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ। Yes, sir. ਹਾਂਜੀ, ਟੈਂਜੈਂਸ਼ੀਅਲ ਸਟ੍ਰੈਸ ਆਪਣੇ ਕੋਲ ਕੀ ਹੈ, ਉਹਦੇ ਯੂਨਿਟ ਪ੍ਰੈਸ਼ਰ ਵਾਲੇ ਹੀ ਹੈ। ਪ੍ਰੈਸ਼ਰ ਕਿੰਦੇ ਬਰਾਬਰ ਹੁੰਦਾ ਹੈ ਫੋਰਸ ਪਰ ਯੂਨਿਟ ਏਰੀਆ। ਪ੍ਰੈਸ਼ਰ ਵੀ ਕਹਿੰਦੇ ਬਰਾਬਰ ਹੁੰਦਾ ਫੋਰਸ ਪਰ ਯੂਨਿਟ ਏਰੀਆ। ਫੋਰਸ ਦੇ ਆਪਣੇ ਕੋਲ ਐਸਆਈ ਯੂਨਿਟ ਹੋ ਗਏ ਨਿਊਟਨ, ਏਰੀਆ ਦੇ ਹੋ ਗਏ ਮੀਟਰ ਸਕੁਅਰ। ਇਹਦਾ ਮਤਲਬ ਇਹਦੇ ਯੂਨਿਟ ਕੀ ਹੋਏ ਨਿਊਟਨ ਪਰ ਮੀਟਰ ਸਕੁਅਰ, ਕਿਉਂਕਿ ਹੈਗਾ ਇਹ ਵੀ ਇੱਕ ਤਰ੍ਹਾਂ ਦਾ ਫੋਰਸ ਹੈ ਜਿਹੜਾ ਪਰ ਯੂਨਿਟ ਏਰੀਆ ਤੇ ਐਕਟ ਕਰ ਰਿਹਾ। ਪਰ ਯੂਨਿਟ ਏਰੀਆ ਦੇ ਉੱਪਰ ਫੋਰਸ ਜਦੋਂ ਲੱਗਦਾ ਤਾਂ ਉਹਨੂੰ ਅਸੀਂ ਕੀ ਕਹਿੰਦੇ ਦਬਾਅ, ਪ੍ਰੈਸ਼ਰ। ਕਲੀਅਰ ਹੈ। ਸੀਜੀਐਸ ਦੇ ਵਿੱਚ ਕਹਾਂਗੇ ਡਾਇਨ ਪਰ ਸੈਂਟੀਮੀਟਰ ਸਕੁਅਰ। ਇਹਦਾ ਐਸਆਈ ਯੂਨਿਟ ਕੀ ਆਉਣਗੇ ਐਮ ਐਲ -1 ਟੀ -2। ਦੇਖੋ ਫੋਰਸ ਦੇ ਪੁੱਟ ਕਰੋ ਐਮ ਐਲ ਟੀ -2, ਏਰੀਆ ਦੇ ਪੁੱਟ ਕਰੋ ਲੈਂਥ ਸਕੁਅਰ, ਇੱਕ ਨਾਲ ਇੱਕ ਕੈਂਸਲ ਹੋ ਗਿਆ, ਆ ਇੱਕ ਉੱਪਰ ਚਲਾ ਗਿਆ, ਕੀ ਬਣ ਗਿਆ ਐਮ ਐਲ -1 ਟੀ -2 ਆ ਬਣ ਗਿਆ। ਕਲੀਅਰ ਹੈ ਬੇਟੇ। Yes, sir. ਹਾਂਜੀ, ਇਹ ਤਾਂ ਸੀ ਆਪਣੇ ਕੋਲੇ ਸਟ੍ਰੈਸ, ਫੋਰਸ ਪਰ ਯੂਨਿਟ ਏਰੀਆ ਜਾਂ ਐਕਸਟਰਨਲ ਫੋਰਸ ਪਰ ਯੂਨਿਟ ਏਰੀਆ। ਜਿੰਨੀਆਂ ਫੋਰਸ ਦੀਆਂ ਟਾਈਪਸ ਦੋ ਤਰ੍ਹਾਂ ਦਾ ਹੋ ਸਕਦਾ, ਕਿਹੜਾ ਕਿਹੜਾ, ਨਾਰਮਲ ਤੇ Tangent. ਟੈਂਜੈਂਸ਼ੀਅਲ। ਨਾਰਮਲ ਤੇ ਟੈਂਜੈਂਸ਼ੀਅਲ। ਸਟ੍ਰੇਨ ਦੇਖੋ ਕੀ ਹੈ, ਸਟ੍ਰੇਨ ਦਾ ਮਤਲਬ ਹੈ ਸ਼ੇਪ ਦਾ ਚੇਂਜ ਕਰਨਾ। ਸ਼ੇਪ ਦੇ ਵਿੱਚ ਕੀ ਹੋ ਸਕਦਾ ਆਪਣੇ ਕੋਲੇ, ਲੈਂਥ ਹੋ ਸਕਦਾ ਇੱਕ 1 ਡਾਇਮੈਂਸ਼ਨ ਦੇ ਵਿੱਚ ਵੇਖੀਏ, 2 ਡਾਇਮੈਂਸ਼ਨ ਦੇ ਵਿੱਚ ਵੇਖੀਏ ਤਾਂ ਕੀ ਹੋ ਸਕਦਾ ਏਰੀਆ ਹੋ ਸਕਦਾ, 3 ਡਾਇਮੈਂਸ਼ਨ ਦੇ ਵਿੱਚ ਵੇਖੀਏ ਤਾਂ ਵੋਲਿਊਮ ਹੋ ਸਕਦਾ। ਤਾਂ ਅਸੀਂ ਇਹਨੂੰ ਕੀ ਲਿਖਦੇ ਆਂ ਵੀ ਸਟ੍ਰੇਨ ਕਿਹਦੇ ਬਰਾਬਰ ਹੈ ਚੇਂਜ ਇਨ ਡਾਇਮੈਂਸ਼ਨ ਟੂ ਦੀ ਓਰੀਜਨਲ ਡਾਇਮੈਂਸ਼ਨ। ਕੀ ਲਿਖਿਆ ਹੈ ਚੇਂਜ ਇਨ ਡਾਇਮੈਂਸ਼ਨ ਟੂ ਦੀ ਓਰੀਜਨਲ ਡਾਇਮੈਂਸ਼ਨ। ਡਾਇਮੈਂਸ਼ਨ ਕੀ ਹੈ ਉਹਦੀ ਲੈਂਥ ਹੋ ਸਕਦੀ, ਉਹਦਾ ਏਰੀਆ ਹੋ ਸਕਦਾ, ਉਹਦਾ ਵੋਲਿਊਮ ਹੋ ਸਕਦਾ। ਦੇਖੋ
depending upon longitudinal strain, longitudinal मतलब length, along the length act करती है, change in length to the original length, volumetric strain, change in volume to the original, shear strain ਜਦੋਂ ਅਸੀਂ ਕੀ ਕਰ ਰਹੀਏ ਬੋਡੀ ਨੂੰ ਟਵਿਸਟ ਕਰ ਦਈਏ, ਘੁਮਾ ਦਈਏ। ਜਿਵੇਂ ਮੰਨ ਲਓ ਆਪਣੇ ਕੋਲ ਕੀ ਹੁੰਦਾ ਜਦੋਂ ਆਪਾਂ ਕੋਈ ਦਰਖਤ ਦੀ ਟਾਹਣੀ ਤੋੜਦੇ ਆਂ ਤੇ ਕਈ ਵਾਰੀ ਉਹ ਨਾਲ ਧਾਗਾ ਜਾਂ ਛਿੱਲੜ ਜਾਂ ਲੱਗਿਆ ਰਹਿ ਜਾਂਦਾ, ਫਿਰ ਅਸੀਂ ਉਹਨੂੰ ਕਿਵੇਂ ਤੋੜਦੇ ਆਂ, ਅਸੀਂ ਉਹਨੂੰ ਕੀ ਕਰ ਦਿੰਨੇ ਐ ਫੜ ਕੇ ਘੁਮਾ ਦਿੰਨੇ ਆ ਨਾ, ਘੁਮਾ ਦਿੰਨੇ ਕਿ ਨਹੀਂ ਘੁਮਾ ਦਿੰਦੇ, ਘੁਮਾਉਣ ਨਾਲ ਉਹ ਕੀ ਹੋ ਜਾਂਦਾ ਉੱਥੋਂ ਟੁੱਟ ਜਾਂਦਾ। ਇਸ ਤਰ੍ਹਾਂ ਘੁਮਾਉਣ ਨੂੰ ਆਪਾਂ ਕੀ ਕਹਿੰਦੇ ਆ ਟਵਿਸਟ, ਘੁਮਾਉਣ ਨੂੰ ਅਸੀਂ ਕੀ ਕਹਿੰਦੇ ਆ ਟਵਿਸਟ। ਕਲੀਅਰ ਹੋ ਗਿਆ ਬੇਟੇ? Yes, sir. Yes, sir. ਹਾਂਜੀ ਸਟ੍ਰੇਨ ਫਿਰ ਆਪਣੇ ਕੋਲ ਕੀ ਬਣਿਆ, ਇਹ ਬਣਿਆ ਚੇਂਜ ਇਨ ਡਾਇਮੈਂਸ਼ਨ ਟੂ ਦੀ original dimension, change in dimension to the original dimension। ਹੁਣ dimension ਕੀ ਲੈ ਰਹੇ ਹੋ, along the length ਹੈ ਜਾਂ ਉਹ 3D ਦੇ ਵਿੱਚ ਲੈ ਰਿਹਾ ਵੋਲਿਊਮ, 3D ਦੇ ਵਿੱਚ ਕੀ ਲੈ ਰਿਹਾ ਵੋਲਿਊਮ। ਜਾਂ ਉਹ ਕੀ ਕਰ ਰਿਹਾ ਕਿਸੇ ਬੋਡੀ ਨੂੰ ਟਵਿਸਟ ਕਰ ਰਿਹਾ, ਟਵਿਸਟ ਦੇ ਵਿੱਚ ਵੀ ਕੀ ਹੈ ਜਿਵੇਂ ਐਸ ਬੋਡੀ ਦੇ ਬੇਸ ਨੂੰ ਆਪਾਂ ਫਿਕਸ ਕਰ ਦਈਏ ਵੀ ਹਿੱਲੇ ਨਾ, ਤਾਂ ਜਦੋਂ ਅਸੀਂ ਇਹਦੇ ਤੇ ਫੋਰਸ ਅਪਲਾਈ ਕਰਾਂਗੇ ਇਸ ਪਾਸੇ ਦੇ ਉੱਤੇ ਇਸ ਤਰ੍ਹਾਂ ਨਾਲ ਫੋਰਸ, ਤਾਂ ਇਹ ਆਪਦੀ ਸ਼ੇਪ ਆਪਦੀ ਸਾਈਡ ਤੋਂ ਕੀ ਕਰੂਗਾ ਇਸ ਤਰ੍ਹਾਂ ਨਾਲ ਚੇਂਜ ਕਰ ਜੂਗਾ। ਕਲੀਅਰ ਹੋਇਆ ਕਿ ਨਹੀਂ? ਇਸ ਤਰ੍ਹਾਂ ਨਾਲ ਆਪਦੀ ਪੋਜੀਸ਼ਨ ਤੋਂ ਕੀ ਕਰੂਗਾ ਚੇਂਜ ਕਰ ਜੂਗਾ। ਤਾਂ ਜਿਹੜੀ ਆਹ ਚੀਜ਼ ਆਈ ਹੈ ਥੀਟਾ, ਇਹਨੂੰ ਆਪਾਂ ਕਹਿੰਦੇ ਟਵਿਸਟ, ਇਹਨੂੰ ਆਪਾਂ ਕੀ ਕਹਿੰਦੇ ਟਵਿਸਟ, ਘੁਮਾ ਦੇਣਾ ਕਿਸੇ ਚੀਜ਼ ਨੂੰ ਇਸ ਤਰ੍ਹਾਂ ਨਾਲ ਕਲੌਕਵਾਈਜ਼ ਜਾਂ ਐਂਟੀ ਕਲੌਕਵਾਈਜ਼ ਆਪਦੀ ਐਕਸਿਸ ਦੇ ਦੁਆਲੇ, ਜਿਵੇਂ ਆ ਇਹਦੀ ਐਕਸਿਸ ਸੀ। ਸੋ ਇਹਦੇ ਅਕੋਰਡਿੰਗਲੀ ਆਪਣੇ ਕੋਲ ਤਿੰਨ ਤਰ੍ਹਾਂ ਦੀ ਸਟ੍ਰੇਨ ਹੋ ਗਈ। ਲੌਂਗੀਟਿਊਡਨਲ ਸਟ੍ਰੇਨ ਕੀ ਚੇਂਜ ਇਨ ਲੈਂਥ ਟੂ ਦੀ ਓਰੀਜਨਲ ਲੈਂਥ ਸਮਾਲ n ਬਾਈ ਕੈਪੀਟਲ L। ਉਹੀ ਜਿਹੜੀ ਆਪਾਂ ਐਗਜ਼ਾਮਪਲ ਲਈ ਸੀ ਵੀ ਇੱਕ ਵਾਇਰ ਹੈ, ਮੰਨ ਲਓ ਉਹਦੀ ਓਰੀਜਨਲ ਲੈਂਥ L ਹੈ, ਉਹਦੇ ਉੱਪਰ ਆਪਾਂ ਜਦੋਂ ਲੋਡ ਅਪਲਾਈ ਕੀਤਾ ਮੰਨ ਲਓ ਇੱਥੇ ਤੱਕ ਆ ਗਈ, ਠੀਕ ਹੈ, ਇਹ ਵਾਲੀ ਲੈਂਥ ਨੂੰ ਕਹਿੰਦਾ ਮੈਂ ਸਮਾਲ L, ਇਹਦਾ ਮਤਲਬ ਚੇਂਜ ਇਨ ਲੈਂਥ ਕਿੰਨੀ ਹੈ ਸਮਾਲ L, ਓਰੀਜਨਲ ਲੈਂਥ ਕਿੰਨੀ ਹੈ ਕੈਪੀਟਲ L। ਤਾਂ ਸਟ੍ਰੇਨ ਦਾ ਫਾਰਮੂਲਾ ਕੀ ਬਣ ਗਿਆ, ਚੇਂਜ ਇਨ ਲੈਂਥ ਟੂ ਦੀ ਓਰੀਜਨਲ ਲੈਂਥ ਸਮਾਲ L ਬਾਈ ਕੈਪੀਟਲ L। ਕਿਉਂਕਿ ਅਲੋਂਗ ਦੀ ਲੈਂਥ ਸੀ ਤਾਂ ਇਹਦਾ ਨਾਂ ਕੀ ਰੱਖਿਆ ਲੌਂਗੀਟਿਊਡਨਲ। ਕੀ ਨਾਂ ਰੱਖਿਆ ਬੇਟੇ ਇਹਦਾ ਲੌਂਗੀਟਿਊਡਨਲ। ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ? Yes, sir. ਸਮਝ ਲੱਗ ਰਹੀ ਕਿ ਨਹੀਂ ਲੱਗ ਰਹੀ? जी sir, लग रही है। ਦੂਸਰੇ ਸਬਜੈਕਟ ਦਾ ਕਿਵੇਂ ਪੜ੍ਹਦੇ ਹੁੰਦੇ ਹੋ? जूम ऐप ते ही। ਕਾਪੀ ਯੂਜ਼ ਕਰਕੇ? हाँ जी, ਮੈਡਮ ਕਾਪੀ ਦੇ ਉੱਪਰ ਕਰਾਉਂਦੇ ਕੈਮਰਾ ਔਨ ਕਰਕੇ? हाँ जी, हाँ जी। ਠੀਕ ਹੈ, ਸਮਝ ਲੱਗ ਰਹੀ ਹੈ ਨਾ ਜਿਵੇਂ ਮੈਂ ਕਰਾ ਰਿਹਾ? हाँ जी सर। ਠੀਕ ਹੈ। ਵੋਲੀਮੈਟ੍ਰਿਕ ਸਟ੍ਰੇਨ ਮਤਲਬ ਉਹਦੇ ਵੋਲੀਅਮ ਨੂੰ ਚੇਂਜ ਕਰ ਦੇਣਾ। ਜਿਵੇਂ ਮੰਨ ਲਓ ਇੱਕ ਬਾਲ ਹੈ, ਬਾਲ ਨੂੰ ਤੁਸੀਂ ਕੀ ਕੀਤਾ, ਉਹਦੇ ਉੱਪਰ ਫੋਰਸ ਅਪਲਾਈ ਕਰਤੀ ਚਾਰੇ ਸਾਈਡ ਤੋਂ, ਇਹ ਤੁਹਾਨੂੰ ਇਸ ਤਰ੍ਹਾਂ ਦੀ ਬਾਲ ਹੈ, ਮੰਨ ਲਓ ਆ ਇਹਦੀ ਓਰੀਜਨਲ ਲੈਂਥ ਹੈ, ਉਸ ਤੋਂ ਬਾਅਦ ਤੁਸੀਂ ਕੀ ਕੀਤਾ ਉਹਨੂੰ ਚਾਰੇ ਸਾਈਡ ਤੋਂ ਦਬਾਤਾ, ਠੀਕ ਹੈ ਜੀ, ਦਬਾ ਕੇ ਆਪਣੇ ਕੋਲ ਕੀ ਹੋਇਆ, ਉਹ ਪਹਿਲਾਂ ਵਾਲੀ ਵੈਲਿਊ ਨਾਲੋਂ ਵੈਲਿਊ ਘਟ ਕੇ ਇਸ ਤਰ੍ਹਾਂ ਨਾਲ ਹੋ ਗਈ। ਜਿਵੇਂ ਮੰਨ ਲਓ ਗੁਬਾਰਾ ਹੈ, ਤਾਂ ਹੁਣ ਉਹਦਾ ਵੋਲਿਊਮ ਕੀ ਹੋ ਗਿਆ, ਡੈਲਟਾ V ਕੀ ਹੋ ਗਿਆ, ਇਹ ਆਪਣੇ ਕੋਲ ਕੀ ਹੋ ਗਿਆ ਚੇਂਜ ਇਨ ਵੋਲਿਊਮ। ਇਹ ਆਪਣੇ ਕੋਲ ਕੀ ਹੋ ਗਿਆ ਵੋਲਿਊਮ ਚੇਂਜ ਹੋ ਗਿਆ ਨਾ, ਜਰਾ ਕੈਲਕੂਲੇਟ ਕੀਤਾ। ਪਹਿਲਾਂ ਵੋਲਿਊਮ ਕੀ ਸੀ, ਆ ਜਾਂਦਾ ਸੀ ਓਰੀਜਨਲ ਵੋਲਿਊਮ। ਸਮਝ ਲੱਗੀ ਕਿ ਨਹੀਂ ਲੱਗੀ ਬੇਟੇ? ਯੈਸ ਸਰ। ਠੀਕ ਹੈ, ਇਹਨੂੰ ਆਪਾਂ ਕਹਿੰਦੇ ਆ ਵੋਲੀਮੈਟ੍ਰਿਕ ਸਟ੍ਰੇਨ। ਕੀ ਕਹਿੰਦੇ ਆ ਇਹਨੂੰ? ਵੋਲੀਮੈਟ੍ਰਿਕ ਸਟ੍ਰੇਨ। ਕਿਹਦੇ ਬਰਾਬਰ ਆਇਆ?
change in volume to the original volume, change in volume to the original volume, original volume। ਠੀਕ ਹੈ, ਜਿਹੜਾ ਸ਼ੀਅਰ ਹੈ ਉਹ ਤੁਹਾਨੂੰ ਦੱਸਤਾ ਸੀ ਟਵਿਸਟ ਕਰਨ ਨਾਲ ਪੈਦਾ ਹੁੰਦਾ। ਕਿਵੇਂ ਪੈਦਾ ਹੁੰਦਾ? ਟਵਿਸਟ। ਸ਼ੀਅਰ ਸਟ੍ਰੇਨ ਕਿਵੇਂ ਪੈਦਾ ਹੁੰਦਾ? ਟਵਿਸਟ ਕਰਨ ਦੇ ਨਾਲ। ਟਵਿਸਟ ਕਿਵੇਂ ਕੀਤਾ ਜਾਂਦਾ ਹੈ? ਕਿਸੇ ਨੂੰ ਐਕਸਿਸ ਦੇ ਦੁਆਲੇ, ਜਿਵੇਂ ਮੰਨ ਲਓ ਆ ਐਕਸਿਸ ਹੈ, ਇਹਦੇ ਉੱਪਰ ਫੋਰਸ ਅਪਲਾਈ ਕਰੀਏ ਤਾਂ ਇਹ ਇੱਥੇ ਆ ਜੇ, ਆ ਓਰੀਜਨਲ ਪੋਜੀਸ਼ਨ ਹੈ, ਆ ਚੇਂਜ ਪੋਜੀਸ਼ਨ ਹੈ। ਇਹਦੇ ਉੱਪਰ ਤੁਸੀਂ ਕੀ ਕੀਤਾ? ਫੋਰਸ ਅਪਲਾਈ ਕੀਤੀ, ਤੇ ਜਿੰਨੇ ਐਂਗਲ ਨਾਲ ਇਹ ਮੂਵ ਕਰ ਗਈ ਥੀਟਾ, ਠੀਕ ਹੈ ਜੀ, ਇਹ ਕਿੰਦੀ ਵੈਲਿਊ ਦੱਸਦਾ? ਸ਼ੀਅਰ। ਠੀਕ ਹੈ, ਦੇਖੋ, ਇਟ ਇਜ਼ ਡਿਫਾਈਨਡ ਐਜ਼ ਐਂਗਲ ਥੀਟਾ ਥਰੂ ਵਿਚ a line originally perpendicular to the fixed face gets turned on applying the tangential deforming force। ਇਹਦੇ ਉੱਪਰ ਇਸ ਤਰ੍ਹਾਂ ਨਾਲ ਫੋਰਸ ਅਪਲਾਈ ਕੀਤੀ ਹੈ, ਠੀਕ ਹੈ ਜੀ, ਇਸ ਤਰ੍ਹਾਂ ਨਾਲ ਫੋਰਸ ਅਪਲਾਈ ਕੀਤੀ ਹੈ, ਟੈਂਜੈਂਟ। ਤਾਂ ਇਸ ਤਰ੍ਹਾਂ ਨਾਲ ਕੀ ਕਰ ਗਈ? ਟਵਿਸਟ ਕਰ ਗਈ। ਤਾਂ ਆ ਜਿਹੜਾ ਐਂਗਲ ਥੀਟਾ ਹੈ ਇਹ ਆਪਣੇ ਕੋਲ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ? ਸ਼ੀਅਰ ਸਟ੍ਰੇਨ। ਸਮਝ ਲੱਗੀ ਕਿ ਨਹੀਂ ਲੱਗੀ? yes, all three type of the strain has no units। ਜਿਹੜੀ ਇੰਪੋਰਟੈਂਟ ਚੀਜ਼ ਯਾਦ ਕਰਨ ਵਾਲੀ ਹੈ, ਜਿਵੇਂ ਅਸੀਂ ਕੀਤਾ ਸੀ ਸਟ੍ਰੈਸ, ਸਟ੍ਰੈਸ ਦੇ ਯੂਨਿਟ ਕਹਿੰਦੇ ਸੀਗੇ ਪ੍ਰੈਸ਼ਰ ਵਾਲੇ, ਨਿਊਟਨ ਪਰ ਮੀਟਰ ਸਕੁਅਰ, ml-1 t-2 ਇਹਦੀ ਡਾਇਮੈਂਸ਼ਨ ਸੀ। ਪਰ ਇਹਦੀਆਂ ਕੋਈ ਡਾਇਮੈਂਸ਼ਨ, ਸਟ੍ਰੇਨ ਦੀਆਂ ਕੋਈ ਯੂਨਿਟ ਨਹੀਂ ਹੈਗਾ ਤੇ ਕੋਈ ਡਾਇਮੈਂਸ਼ਨ ਨਹੀਂ ਹੈਗੇ। ਕਿਉਂ? ਕਿਉਂਕਿ L ਡਿਵਾਈਡ ਬਾਈ ਕੈਪੀਟਲ L, ਆ ਵੀ L ਹੈ। ਜੇ ਇਹਦਾ ਮੀਟਰ ਭਰੋਗੇ ਇਹਦਾ ਮੀਟਰ ਕੈਂਸਲ ਹੋ ਜਾਊਗਾ। ਜੇ ਇਹਦਾ L ਯੂਨਿਟ ਡਾਇਮੈਂਸ਼ਨ ਭਰੋਗੇ ਇਹਦਾ ਭਰਾਂਗੇ ਤਾਂ ਵੀ ਆਪਣੇ ਕੋਲ ਕੀ ਹੈ? ਤਾਂ ਜਿਹੜੀ ਸਟ੍ਰੇਨ ਹੈ ਇਹ ਸਾਡੇ ਕੋਲ ਕੀ ਹੈ? ਡਾਇਮੈਂਸ਼ਨਲੈਸ। ਹਾਂ, ਯੂਨਿਟਲੈਸ ਵੀ ਤੇ ਡਾਇਮੈਂਸ਼ਨਲੈਸ ਵੀ। ਇੱਥੇ ਤੱਕ ਕੋਈ ਡਾਊਟ ਹੈ ਤਾਂ ਦੱਸੋ। no sir, ਕਲੀਅਰ ਹੈ ਬੇਟੇ? yes sir, ਲਓ, ਆਪਣੇ ਕੋਲੇ ਮੋਡੂਲਸ ਆਪਾਂ ਕੀਤਾ ਸੀ ਨਾ ਬੇਟੇ, ਸਟ੍ਰੈਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਸਟ੍ਰੇਨ। ਜਦੋਂ ਡਾਇਰੈਕਟਲੀ ਪ੍ਰੋਪੋਰਸ਼ਨਲ ਦਾ ਸਾਈਨ ਹਟਾਉਣੇ ਆ ਤਾਂ ਕਿਹਦਾ ਸਾਈਨ ਆਉਂਦਾ? ਕਾਂਸਟੈਂਟ। ਇਸ ਕਾਂਸਟੈਂਟ ਦਾ ਕੀ ਨਾਮ ਰੱਖਿਆ ਸੀਗਾ? stress by strain, ਮੋਡੂਲਸ ਆਫ ਰਿਜਿਡਿਟੀ ਜਾਂ ਮੋਡੂਲਸ ਆਫ ਇਲਾਸਟਿਸਿਟੀ। ਮੋਡੂਲਸ ਆਫ ਇਲਾਸਟਿਸਿਟੀ ਇਨ ਜਨਰਲ। ਜੇ ਸਟ੍ਰੇਨ ਨੂੰ ਚੱਕ ਕੇ ਦੂਸਰੀ ਸਾਈਡ ਤੇ ਲੈ ਜਾਈਏ ਤਾਂ ਕਾਂਸਟੈਂਟ ਕਿਹਦੇ ਬਰਾਬਰ ਹੈ? ਸਟ੍ਰੈਸ ਬਾਈ ਸਟ੍ਰੇਨ। ਹੁਣ ਸਟ੍ਰੈਸ ਕਿੰਨੀ ਤਰ੍ਹਾਂ ਦੀ ਹੈ? ਦੋ ਤਰ੍ਹਾਂ ਦੀ, ਨਾਰਮਲ ਤੇ ਲੌਂਗੀਟਿਊਡਨਲ। ਠੀਕ ਹੈ ਜੀ। ਸਟ੍ਰੇਨ ਕਿੰਨੀ ਤਰ੍ਹਾਂ ਦੀ ਹੈ? ਤਿੰਨ ਤਰ੍ਹਾਂ ਦੀ। ਠੀਕ ਹੈ, ਕਲੀਅਰ ਹੋਇਆ ਕਿ ਨਹੀਂ ਹੋਇਆ? ਅਲੋਂਗ ਦੀ ਲੈਂਥ ਲੌਂਗੀਟਿਊਡਨਲ ਹੋ ਗਈ, ਵੋਲਿਊਮੈਟ੍ਰਿਕ ਹੋ ਗਈ ਤੇ ਸ਼ੀਅਰ ਹੋ ਗਈ। ਇਹਨਾਂ ਦੀ ਰੇਸ਼ੋ ਆਪਾਂ ਅਲੱਗ-ਅਲੱਗ ਰੱਖ ਕੇ ਸਟ੍ਰੈਸ ਬਾਈ ਸਟ੍ਰੇਨ ਦੀ, ਤਾਂ ਆਪਾਂ ਕਿਹਾ ਸੀਗਾ ਵੀ ਇਸ ਕਾਂਸਟੈਂਟ ਦੇ ਤਿੰਨ ਨਾਂ ਹੋ ਸਕਦੇ। ਕਿਹੜੇ-ਕਿਹੜੇ? ਯੰਗਸ ਮੋਡੂਲਸ, ਬਲਕ ਮੋਡੂਲਸ ਤੇ ਮੋਡੂਲਸ ਆਫ ਰਿਜਿਡਿਟੀ, ਈਟਾ। ਠੀਕ ਹੈ ਜੀ, ਯੰਗਸ ਮੋਡੂਲਸ, ਬਲਕ ਮੋਡੂਲਸ, ਮੋਡੂਲਸ ਆਫ, ਠੀਕ ਹੈ, ਰਿਜਿਡਿਟੀ, ਈਟਾ। ਇਹਦੇ ਤਿੰਨ ਆਪਣੇ ਕੋਲ ਨੇਮ ਹੋ ਸਕਦੇ ਆ। ਉਹਦੇ ਵਿੱਚ ਜਿਹੜਾ ਪਹਿਲਾ ਹੈ ਜਿਹਦੇ ਬਾਰੇ ਆਪਾਂ ਡਿਸਕਸ ਕਰ ਰਹੇ ਹਾਂ ਉਹ ਕੀ ਹੈ? ਯੰਗਸ ਮੋਡੂਲਸ। ਯੰਗਸ ਮੋਡੂਲਸ ਦੀ ਡੈਫੀਨੇਸ਼ਨ ਕੀ ਹੈ? ਨਾਰਮਲ ਸਟ੍ਰੈਸ ਬਾਈ ਵੋਲਿਊਮੈਟ੍ਰਿਕ ਸਟ੍ਰੇਨ। ਤੁਸੀਂ ਆ ਯਾਦ ਰੱਖਣਾ ਵੀ ਯੰਗਸ ਮੋਡੂਲਸ ਦੀ ਡੈਫੀਨੇਸ਼ਨ ਕੀ ਹੈ। ਇੱਥੇ ਹੈਗਾ ਸੀ ਨਾ ਸਟ੍ਰੈਸ ਬਾਈ ਸਟ੍ਰੇਨ। ਹੁਣ ਸਟ੍ਰੈਸ ਕਿਸ ਤਰ੍ਹਾਂ ਦਾ? ਨਾਰਮਲ। ਸਟ੍ਰੇਨ ਕਿਸ ਤਰ੍ਹਾਂ ਦਾ? ਲੌਂਗੀਟਿਊਡਨਲ।
ਇਹਦਾ ਮਤਲਬ ਜਿਹੜੀ ਵੀ ਚੀਜ਼ ਦੇ ਉੱਪਰ ਫੋਰਸ ਲੱਗੂਗੀ ਨਾ, ਤਾਂ ਫੋਰਸ ਕਿਸ ਤਰ੍ਹਾਂ ਨਾਲ ਲੱਗੂਗੀ? ਨਾਰਮਲ ਟੂ ਦੀ ਸਰਫੇਸ ਲੱਗੂਗੀ। ਜਿਵੇਂ ਆਪਾਂ ਐਗਜ਼ਾਮਪਲ ਲਈਏ ਵਾਇਰ ਦੀ, ਮੰਨ ਲਓ ਆਪਾਂ ਇੱਕ ਵਾਇਰ ਨੂੰ ਇਸ ਤਰ੍ਹਾਂ ਨਾਲ ਲਟਕਾ ਦਈਏ, ਠੀਕ ਹੈ, ਉਹਦਾ ਲਾਰਜ ਵਿਊ ਲਈਏ ਆਪਾਂ, ਤਾਂ ਇਹਦੇ ਉੱਪਰ ਆਪਾਂ ਅਪਲਾਈ ਕਰੀਏ ਫੋਰਸ, ਤਾਂ ਇਹ ਫੋਰਸ ਕਿਸ ਤਰ੍ਹਾਂ ਨਾਲ ਐਕਟ ਕਰ ਰਹੀ ਹੈ? 90 ਡਿਗਰੀ ਤੇ ਐਕਟ ਕਰ ਰਹੀ ਹੈ। ਇਹਦਾ ਮਤਲਬ ਕਿਸ ਤਰ੍ਹਾਂ ਦੀ ਸਟ੍ਰੈਸ ਹੈ? ਨਾਰਮਲ ਸਟ੍ਰੈਸ। ਤੇ ਇਹਦੇ ਨਾਲ ਕੀ ਹੋਊਗਾ? ਅਲੋਂਗ ਦੀ ਲੈਂਥ ਚੇਂਜ ਇਨ ਡਾਇਮੈਂਸ਼ਨ ਕੀ ਹੋਣਗੀਆਂ? ਅਲੋਂਗ ਦੀ ਲੈਂਥ ਇੱਧਰ ਹੀ ਚੇਂਜ ਹੋਣਗੀਆਂ ਨਾ। ਇਹਨੂੰ ਆਪਾਂ ਕਹਿ ਦਈਏ ਆ ਕੈਪੀਟਲ ਐਲ ਹੈ, ਇਹਨੂੰ ਆਪਾਂ ਕਹਿ ਦਈਏ ਸਮਾਲ ਐਲ ਹੈ। ਜਦੋਂ ਡਾਇਮੈਂਸ਼ਨ ਚੇਂਜ ਹੋਣ ਅਲੋਂਗ ਦੀ ਲੈਂਥ, ਤਾਂ ਉਹਨੂੰ ਆਪਾਂ ਕੀ ਕਹਿੰਦੇ ਸੀਗੇ? ਲੌਂਗੀਟਿਊਡਨਲ। ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਨਾਰਮਲ ਸਟ੍ਰੈਸ ਦਾ ਫਾਰਮੂਲਾ ਕੀ ਹੁੰਦਾ? ਫੋਰਸ ਪਰ ਯੂਨਿਟ ਏਰੀਆ। ਸਟੇਨ ਦਾ ਫਾਰਮੂਲਾ ਕੀ ਹੁੰਦਾ? ਚੇਂਜ ਇਨ ਲੈਂਥ ਟੂ ਦੀ ਓਰੀਜਨਲ ਲੈਂਥ। ਇਹਨਾਂ ਦੋਵਾਂ ਨੂੰ ਅਸੀਂ ਡਿਵਾਈਡ ਕਰਦੀ, ਕਿਉਂਕਿ ਫਾਰਮੂਲਾ ਕੀ? ਨਾਰਮਲ ਸਟ੍ਰੈਸ ਬਾਈ ਲੌਂਗੀਟਿਊਡਨਲ ਸਟੇਨ। ਤਾਂ ਬਣ ਗਿਆ ਐਫ ਬਾਏ ਏ ਐਲ ਬਾਏ ਐਲ, ਬਟੇ ਦਾ ਬਟਾ ਉੱਪਰ ਚਲਾ ਜਾਊਗਾ, ਏ ਨੀਚੇ ਆ ਜਾਊਗਾ, ਤਾਂ ਵਾਈ ਦਾ ਫਾਰਮੂਲਾ ਕੀ ਬਣ ਗਿਆ? ਐਫ ਐਲ ਬਾਏ ਏ ਐਲ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਐਫ ਐਲ ਬਾਏ ਏ ਐਲ। ਐਫ ਹੈ ਜਿਹੜੀ ਉਹ ਐਕਸਟਰਨਲ ਲੋਡਿੰਗ ਫੋਰਸ ਹੈ, ਕੈਪੀਟਲ ਐਲ ਹੈ ਜਿਹੜੀ ओरिजिनल लेंथ है, ए एरिया ऑफ क्रॉस सेक्शन ऑफ वायर है, स्मॉल एल की है चेंज इन लेंथ। ठीक है जी। ਹੁਣ ਏਰੀਆ ਹੈ ਜਿਹੜਾ, ਕਿਉਂਕਿ ਉਹ ਆਪਣੇ ਕੋਲੇ ਇੱਕ ਸਰਕਲ ਹੈ, ਕਿਉਂਕਿ ਇੱਕ ਵਾਇਰ ਹੈ, ਇਸ ਏਰੀਆ ਦਾ ਜੇ ਰੇਡੀਅਸ ਆਰ ਲੈ ਕੇ ਚੱਲੀਏ ਤਾਂ ਏਰੀਆ ਕੀ ਆਊਗਾ? ਪਾਈ ਆਰ ਸਕੁਅਰ। ਇਸ ਕਰਕੇ ਇੱਥੇ ਕੀ ਭਰਿਆ ਜਾ ਸਕਦਾ ਹੈ? ਪਾਈ ਆਰ ਸਕੁਅਰ। ਠੀਕ ਹੈ। ਜਿਹੜੇ ਇਹਦੇ ਯੂਨਿਟ ਹੈ ਉਹ ਹਮੇਸ਼ਾ ਹੀ ਯੂਨਿਟ ਸਟ੍ਰੈਸ ਵਾਲੇ ਹੀ ਹੋਣਗੇ। ਕਿਉਂ? ਕਿਉਂਕਿ ਸਟ੍ਰੇਨ ਦੇ ਕੋਈ ਯੂਨਿਟ ਹੀ ਨਹੀਂ ਹੁੰਦੇ, ਤਾਂ ਡਾਇਮੈਂਸ਼ਨ ਲੈਸ ਯੂਨਿਟ ਲੈਸ ਹੈ। ਠੀਕ ਹੈ। ਇਹ ਫੋਰਸ ਪਰ ਯੂਨਿਟ ਏਰੀਆ ਸੀਗਾ, ਤੇ ਫੋਰਸ ਪਰ ਯੂਨਿਟ ਏਰੀਆ ਕੀ ਹੁੰਦਾ? ਪ੍ਰੈਸ਼ਰ, ਤੇ ਪ੍ਰੈਸ਼ਰ ਦੇ ਯੂਨਿਟ ਕੀ ਹੁੰਦੇ? ਪਾਸਕਲ ਜਾਂ ਨਿਊਟਨ ਪਰ ਮੀਟਰ ਸਕੁਅਰ ਜਾਂ ਡਾਇਨ ਪਰ ਸੈਂਟੀਮੀਟਰ ਸਕੁਅਰ। ਸੋ ਯੰਗਸ ਮੋਡੂਲਸ ਦੇ ਯੂਨਿਟ ਵੀ ਕੀ ਹੋਏ? ਪ੍ਰੈਸ਼ਰ ਵਾਲੇ ਯੂਨਿਟ ਹੀ ਹੋਏ। ਕਿਹੜੇ ਯੂਨਿਟ ਹੋਏ? ਪ੍ਰੈਸ਼ਰ ਵਾਲੇ, ਪਾਸਕਲ ਜਾਂ ਨਿਊਟਨ ਪਰ ਮੀਟਰ ਸਕੁਅਰ ਜਾਂ ਡਾਇਨ ਪਰ ਸੈਂਟੀਮੀਟਰ ਸਕੁਅਰ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਬਾਕੀ ਨੂੰ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? हो गया सर। Yes, sir. ਹੁਣ ਨੁਮੈਰੀਕਲ ਦੇਖੋ। Clear. ਵਾਇਰ ਇਨਕਰੀਜ਼ਸ ਬਾय 10⁻³ ਆਫ ਇਟਸ ਲੈਂਥ। ਜਿੰਨੀ ਵੀ ਉਹਦੀ ਲੈਂਥ ਸੀ ਉਹਦਾ 1000 ਗੁਣਾ ਵੱਧ ਗਈ। 1/, ਠੀਕ ਹੈ, 10⁻³ ਦਾ ਮਤਲਬ ਕਿ 1/10⁻³, ਮਤਲਬ 1 2 3। ਜਿੰਨੀ ਵੀ ਲੈਂਥ ਹੁੰਦੀ ਪਹਿਲਾਂ ਸੀਗੀ ਉਦੋਂ 1000 ਗੁਣਾ ਉਹ ਵੱਧ ਗਈ। ਠੀਕ ਹੈ ਜੀ। ਸਟ੍ਰੈਸ ਦਿੱਤੀ ਹੋਈ ਹੈ 10⁸ ਨਿਊਟਨ ਪਰ ਮੀਟਰ ਸਕੁਅਰ। ਯੰਗਸ ਮੋਡੂਲਸ ਦੀ ਵੈਲਿਊ ਕੱਢੋ, ਤਾਂ ਆਪਾਂ ਨੂੰ ਪਤਾ y ਕਿਹਦੇ ਬਰਾਬਰ ਹੁੰਦਾ? ਐਫ ਐਲ ਬਾਏ ਏ ਐਲ। ਜਾਂ ਆਪਾਂ ਸਿੰਪਲੀ ਫਾਰਮੂਲਾ ਕੀ ਲਾਈਏ? ਨਾਰਮਲ ਸਟ੍ਰੈਸ ਬਾय ਲੌਂਗੀਟਿਊਡਨਲ ਸਟ੍ਰੇਨ। ਨਾਰਮਲ ਸਟ੍ਰੈਸ ਬਾय ਲੌਂਗੀਟਿਊਡਨਲ ਸਟ੍ਰੇਨ। ਨਾਰਮਲ ਸਟ੍ਰੈਸ ਕਿੰਨੀ ਹੈ? ਕਿੰਨੀ ਅਪਲਾਈ ਕੀਤੀ? 10⁸। ਸਟ੍ਰੇਨ ਕਿੰਨੀ ਹੈ? ਚੇਂਜ ਇਨ ਲੈਂਥ ਕਿੰਨੀ ਆਈ ਹੈ? 10⁻³ ਇਹਨੂੰ ਉੱਪਰ ਲੈ ਜਾਾਂਗੇ ਤਾਂ ਪਲੱਸ ਹੋ ਜਾਊਗਾ 10⁸ ਇੰਟੂ 10⁻³। ਬੇਸ ਸੇਮ ਹੈ ਤਾਂ ਪਾਵਰ ਕੀ ਹੋ ਜੂਗੀ? ਐਡ 10⁻11 ਨਿਊਟਨ ਪਰ ਮੀਟਰ ਸਕੁਅਰ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? Yes, sir. ਹਾਂ, ਐਦਾਂ ਕਰ ਲਓ ਬੇਟੇ। ਕੱਲ ਨੂੰ ਫਿਰ ਅਸੀਂ ਆਹ ਆਰਟੀਕਲ ਕਰਾਂਗੇ, ਸਟ੍ਰੈਸ ਵਰਸਸ ਸਟ੍ਰੇਨ ਡਾਇਗਰਾਮ। स्ट्रेस जी सर। वर्सेस स्ट्रेन। समझ लगी कि नहीं लगी बेटे? हाँ जी सर। ठीक है। ਦੂਸਰੇ ਬੱਚਿਆਂ ਨੂੰ ਕਹੋ ਆਨਲਾਈਨ ਆਇਆ ਕਰਨ। ਤੁਸੀਂ 4-5 ਬੱਚੇ ਆਨਲਾਈਨ ਹੈ, ਉਹਨਾਂ ਦੀ ਐਬਸੈਂਟ ਲੱਗੇਗੀ। ਗਰੁੱਪ ਦੇ ਵਿੱਚ ਮੈਸੇਜ ਪਾ ਦਿਓ। ਜਿਨ੍ਹਾਂ ਦੀ ਐਬਸੈਂਟ ਲੱਗੀ ਜਾਂਦੀ ਹੈ ਮੈਂ ਹੁਣੇ ਤੁਹਾਡੀ ਪਾ ਦਿੰਦਾ, ਅਟੈਂਡੈਂਸ ਲੱਗਦੀ ਇਹਦੇ ਤੇ। ਹੁਣੇ ਅਟੈਂਡੈਂਸ ਪਾ ਦੂੰਗਾ 10-15 ਮਿੰਟਾਂ ਤੱਕ। ਜਿਹੜੇ ਪ੍ਰੈਜ਼ੈਂਟ ਸੀਗੇ ਸਿਰਫ ਉਹਨਾਂ ਦੀ ਅਟੈਂਡੈਂਸ ਲੱਗੀ ਹੋਏਗੀ। ਠੀਕ ਹੈ। ਜਿਵੇਂ ਨਿਸ਼ਾ ਹੋ ਗਈ, ਸਵਾਇਓ ਜੋਸਫ, ਰਵਿੰਦਰ, ਰਾਹੁਲ ਤੇ ਹੁਸਨਦੀਪ।
ਬਾਕੀਆਂ ਦੀ ਐਬਸੈਂਟ ਲੱਗੇਗੀ। ਐਬਸੈਂਟ ਫਿਰ ਉਹਨਾਂ ਦੇ ਸੀਸੀ ਚੋਂ ਨੰਬਰ ਨਹੀਂ ਲੱਗਣੇ। ਤੇ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ 2-3 ਬੱਚੇ ਤੁਹਾਡੇ ਚੋਂ ਪਹਿਲਾਂ ਹੀ ਫੇਲ ਹੋਏ ਆ ਟਰਮ 1 ਚੋਂ, ਤਾਂ ਟਰਮ 2 ਦੇ ਨੰਬਰ ਤੁਹਾਡੇ ਆਉਣੇ ਨਹੀਂਗੇ। ਟਰਮ 1 ਚੋਂ ਫੇਲ ਸੀਗੇ ਤਾਂ ਓਵਰਆਲ ਤੁਸੀਂ ਫੇਲ ਹੋ ਜਾਓਗੇ। ਇਸ ਚੀਜ਼ ਦਾ ਧਿਆਨ ਰੱਖ ਲਿਓ। ਠੀਕ ਹੈ ਬੇਟੇ, ਇਹ ਮੈਸੇਜ ਗਰੁੱਪ ਦੇ ਵਿੱਚ ਲਿਖ ਕੇ ਕਨਵੇ ਕਰ ਦਿਓ। ਠੀਕ ਹੈ ਬੇਟੇ, ਬਾਕੀ ਫਿਰ ਕੱਲ ਕਰਦੇ ਹਾਂ। Okay, sir. Okay, sir. Thank you, sir. Thank you. Thank you, sir.